ਜਿਸ ਦਿਨ ਮੇਰਾ ਵਿਆਹ ਸੀ, ਮੈਨੂੰ ਮੇਰੀ ਸਾਲੀ ਬਹੁਤ ਪਸੰਦ ਆਈ। ਵਿਆਹ ਦੀ ਰਾਤ ਹੁੰਦਿਆਂ ਹੀ ਮੈਂ ਮੇਰੇ ਘਰਵਾਲੀ ਨੂੰ ਬੇਹੋਸ਼ੀ ਦੀ ਦਵਾਈ ਦੇ ਕੇ ਇੱਕ ਸਟੋਰ ਰੂਮ ਵਿੱਚ ਬੰਦ ਕਰਕੇ ਉੱਚੀ ਉੱਚੀ ਰੌਲਾ ਪਾਉਣ ਲੱਗਿਆ ਕਿ ਮੇਰੇ ਘਰਵਾਲੀ ਤਾਂ ਕਿਸੇ ਮੁੰਡੇ ਨਾਲ ਭੱਜ ਗਈ ਹੈ। ਲੋਕੋ, ਮੈਂ ਤਾਂ ਪੱਟਿਆ ਗਿਆ, ਮੈਂ ਬਰਬਾਦ ਹੋ ਗਿਆ। ਮੈਂ ਮੇਰੇ ਸਹੁਰਿਆਂ ਨੂੰ ਕਿਹਾ ਕਿ ਮੇਰੀ ਇੱਜ਼ਤ ਦਾ ਸਵਾਲ ਹੈ। ਜਦੋਂ ਸਾਡੇ ਪਿੰਡ ਦੇ ਲੋਕਾਂ ਨੂੰ ਪਤਾ ਲੱਗੂ ਤਾਂ ਲੋਕ ਸਾਡੇ ਤੇ ਉਂਗਲਾਂ ਚੁੱਕਣਗੇ ਕਿ ਇਹਦੇ ਘਰਵਾਲੀ ਤਾਂ ਪਹਿਲੀ ਰਾਤ ਨੂੰ ਹੀ ਇਸ ਨੂੰ ਛੱਡ ਕੇ ਭੱਜ ਗਈ। ਇਸ ਕਰਕੇ ਤੁਸੀਂ ਮੇਰਾ ਵਿਆਹ ਤੁਹਾਡੀ ਛੋਟੀ ਕੁੜੀ ਨਾਲ ਕਰਵਾ ਦਿਓ। ਕਾਫੀ ਸੋਚ ਵਿਚਾਰ ਕੇ ਉਹਨਾਂ ਨੇ ਮੇਰਾ ਵਿਆਹ ਮੇਰੀ ਸਾਲੀ ਨਾਲ ਕਰਵਾ ਦਿੱਤਾ। ਮੈਂ ਬਹੁਤ ਖੁਸ਼ ਹੋਇਆ। ਰਾਤ ਹੁੰਦਿਆਂ ਹੀ ਜਦੋਂ ਮੈਂ ਕਮਰੇ ਵਿੱਚ ਜਾ ਕੇ ਉਹਦਾ ਘੁੰਡ ਚੁੱਕਿਆ ਤਾਂ ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ, ਕਿਉਂਕਿ ਉੱਥੇ ਤਾਂ ਮੈਂ ਵਿਦੇਸ਼ ਵਿੱਚ ਨੌਕਰੀ ਕਰਦਾ ਸੀ। ਹੁਣ ਮੈਂ ਥੋੜ੍ਹੇ ਦਿਨਾਂ ਬਾਅਦ ਹੀ ਵਾਪਸ ਆਉਣਾ ਸੀ। ਮੇਰੀ ਮੰਮੀ ਨੂੰ ਮੇਰੇ ਵਿਆਹ ਦੀ ਬਹੁਤ ਚਿੰਤਾ ਹੋ ਰਹੀ ਸੀ। ਕੁਝ ਹੀ ਦਿਨਾਂ ਬਾਅਦ ਮੇਰੀ ਮੰਮੀ ਨੇ ਮੇਰਾ ਵਿਆਹ ਰਸਮੀਤ ਕੌਰ ਨਾਮ ਦੀ ਕੁੜੀ ਨਾਲ ਤੈਅ ਕਰ ਦਿੱਤਾ। ਮੰਮੀ ਨੇ ਮੈਨੂੰ ਦੱਸਿਆ ਕਿ ਰਸਮੀਤ ਤੇ ਪ੍ਰੀਤ ਦੋ ਸਕੀਆਂ ਭੈਣਾਂ ਨੇ। ਰਸਮੀਤ ਤਾਂ ਬਹੁਤ ਹੀ ਸੋਹਣੀ ਤੇ ਗੋਰੀ ਚਿੱਟੀ ਵੀ ਹੈ। ਮੇਰੀ ਮੰਮੀ ਰਸਮੀਤ ਦੀਆਂ ਬਹੁਤ ਹੀ ਤਾਰੀਫਾਂ ਕਰਦੀ ਸੀ, ਪਰ ਸੱਚ ਕੀ ਸੀ ਇਹ ਤਾਂ ਦੇਖਣ ਤੋਂ ਬਾਅਦ ਹੀ ਪਤਾ ਲੱਗਣਾ ਸੀ। ਮੇਰਾ ਵਿਆਹ ਬਹੁਤ ਜਲਦੀ ਹੋ ਰਿਹਾ ਸੀ, ਇਸ ਕਰਕੇ ਮੈਨੂੰ ਕੁੜੀ ਦੇਖਣ ਦਾ ਮੌਕਾ ਹੀ ਨਹੀਂ ਮਿਲਿਆ। ਮੇਰੇ ਘਰਦਿਆਂ ਨੇ ਜਦੋਂ ਮੈਂ ਵਿਦੇਸ਼ ਵਿੱਚ ਸਾਂ ਉਦੋਂ ਕੁੜੀ ਦੇਖ ਲਈ ਸੀ। ਮੈਨੂੰ ਮੇਰੇ ਮੰਮੀ ਡੈਡੀ ਤੇ ਪੂਰਾ ਭਰੋਸਾ ਸੀ ਕਿ ਮੇਰੇ ਲਈ ਵਧੀਆ ਕੁੜੀ ਦੇਖਣਗੇ। ਮੇਰਾ ਵਿਆਹ ਜਲਦਬਾਜ਼ੀ 'ਚ ਹੋ ਰਿਹਾ ਸੀ, ਇਸ ਲਈ ਦੋਨਾਂ ਧਿਰਾਂ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਮੇਰੀ ਮੰਮੀ ਨੇ ਮੈਨੂੰ ਰਸਮੀਤ ਦਾ ਫੋਨ ਨੰਬਰ ਦੇ ਦਿੱਤਾ ਕਿ ਬੇਟਾ, ਕੁੜੀ ਦੇਖਣ ਨੂੰ ਤਾਂ ਬਹੁਤ ਹੀ ਸੋਹਣੀ ਹੈ, ਪਰ ਵਿਆਹ ਤੋਂ ਪਹਿਲਾਂ ਉਹਦੇ ਨਾਲ ਇੱਕ ਵਾਰ ਗੱਲਬਾਤ ਜ਼ਰੂਰ ਕਰ ਲਵੀਂ। ਮੰਮੀ ਨੇ ਜਦੋਂ ਮੈਨੂੰ ਮੇਰੀ ਹੋਣ ਵਾਲੀ ਘਰਵਾਲੀ ਦਾ ਨੰਬਰ ਦਿੱਤਾ ਤਾਂ ਮੈਂ ਸੰਭਾਲ ਕੇ ਰੱਖ ਲਿਆ। ਮੈਂ ਸੋਚਿਆ ਕਿ ਭਾਵੇਂ ਮੇਰਾ ਵਿਆਹ ਜਲਦਬਾਜ਼ੀ 'ਚ ਹੋ ਰਿਹਾ, ਪਰ ਮੈਂ ਇੱਕ ਵਾਰ ਉਹਦੇ ਨਾਲ ਗੱਲ ਜ਼ਰੂਰ ਕਰੂੰਗਾ ਤੇ ਵਿਆਹ ਤੋਂ ਪਹਿਲਾਂ ਉਹਨੂੰ ਮਿਲਣ ਲਈ ਵੀ ਕਹੂੰਗਾ। ਮੈਂ ਰਸਮੀਤ ਦਾ ਨੰਬਰ ਤਾਂ ਲੈ ਲਿਆ, ਪਰ ਵਿਆਹ ਦੀਆਂ ਤਿਆਰੀਆਂ ਹੋਣ ਕਰਕੇ ਮੇਰਾ ਟਾਈਮ ਹੀ ਨਹੀਂ ਲੱਗ ਰਿਹਾ ਸੀ ਕਿ ਮੈਂ ਉਹਦੇ ਨਾਲ ਗੱਲ ਕਰ ਸਕਾਂ। ਮੈਂ ਘਰਦਿਆਂ ਦਾ ਇਕੱਲਾ ਹੀ ਮੁੰਡਾ ਸਾਂ, ਇਸ ਲਈ ਮੇਰੇ ਵਿਆਹ ਦੀ ਸਾਰੀ ਜ਼ਿੰਮੇਵਾਰੀ ਮੇਰੇ ਇਕੱਲੇ ਤੇ ਹੀ ਸੀ। ਮੈਂ ਰਸਮੀਤ ਨਾਲ ਇਹੋ ਜਿਹੇ ਟਾਈਮ ਗੱਲ ਕਰਨਾ ਚਾਹੁੰਦਾ ਸੀ ਕਿ ਜਦੋਂ ਮੇਰੇ ਨੇੜੇ ਤੇੜੇ ਕੋਈ ਨਾ ਹੋਵੇ, ਤਾਂ ਕਿ ਮੈਂ ਉਹਦੇ ਨਾਲ ਖੁੱਲ੍ਹ ਕੇ ਗੱਲ ਕਰ ਸਕਾਂ। ਜਦੋਂ ਦਾ ਮੇਰੇ ਕੋਲ ਨੰਬਰ ਆਇਆ ਸੀ, ਮੈਨੂੰ ਕੋਈ ਵੀ ਇਹੋ ਜਿਹਾ ਟਾਈਮ ਨਾ ਮਿਲਿਆ ਕਿ ਮੈਂ ਉਹਦੇ ਨਾਲ ਗੱਲ ਕਰ ਸਕਾਂ। ਉੱਤੋਂ ਵਿਆਹ ਦੇ ਦਿਨ ਮੇਰੇ ਸਿਰ ਤੇ ਆ ਚੁੱਕੇ ਸਨ। ਹੁਣ ਸਾਡੇ ਵਿਆਹ 'ਚ ਸਿਰਫ 2 ਦਿਨ ਹੀ ਬਾਕੀ ਰਹਿੰਦੇ ਸਨ। ਮੈਂ ਸੋਚਿਆ ਕੋਈ ਗੱਲ ਨਹੀਂ, ਜੇ ਵਿਆਹ ਤੋਂ ਪਹਿਲਾਂ ਮੈਂ ਨਹੀਂ ਮਿਲ ਸਕਿਆ ਫੇਰ ਕੀ ਹੋਇਆ, ਹੁਣ ਤਾਂ ਉਹ ਵਿਆਹ ਕੇ ਸਾਡੇ ਘਰ ਹੀ ਆ ਜਾਊ। ਹੁਣ ਕੀ ਲੋੜ ਹੈ ਮਿਲਣ ਦੀ। ਸਾਡਾ ਵਿਆਹ ਇੰਨਾ ਛੇਤੀ ਹੋ ਰਿਹਾ ਸੀ ਕਿ ਮੈਂ ਰਸਮੀਤ ਦੀ ਕੋਈ ਫੋਟੋ ਵੀ ਨਹੀਂ ਵੇਖੀ ਸੀ। ਮੈਂ ਸਾਰਾ ਕੁਝ ਆਪਣੇ ਮਾਪਿਆਂ ਤੇ ਹੀ ਛੱਡਿਆ ਹੋਇਆ ਸੀ ਤੇ ਇਹ ਹੀ ਮੇਰੀ ਲਾਈਫ ਦੀ ਸਭ ਤੋਂ ਵੱਡੀ ਗਲਤੀ ਸੀ। ਵਿਆਹ ਤੋਂ 2 ਦਿਨ ਪਹਿਲਾਂ ਮੈਂ ਸ਼ਹਿਰ ਗਿਆ ਹੋਇਆ ਸਾਂ। ਮੈਨੂੰ ਉੱਥੇ ਮੇਰਾ ਦੋਸਤ ਮਿਲਿਆ। ਉਹ ਮੈਨੂੰ ਕਹਿੰਦਾ, ਸੁਣਿਆ ਵੀ ਤੇਰਾ ਵਿਆਹ ਹੋਣ ਵਾਲਾ ਤੇ ਭਾਬੀ ਨੂੰ ਮੂੰਹ ਦਿਖਾਉਣ ਤੇ ਕੀ ਦੇਣਾ ਫੇਰ ਤੈਂ। ਉਹਦੀ ਇਹ ਗੱਲ ਸੁਣ ਕੇ ਤਾਂ ਮੈਂ ਸੋਚਾਂ ਵਿੱਚ ਪੈ ਗਿਆ ਕਿ ਇਹਦੇ ਬਾਰੇ ਤਾਂ ਮੈਂ ਹਜੇ ਸੋਚਿਆ ਹੀ ਨਹੀਂ। ਮੈਂ ਮੇਰੇ ਦੋਸਤ ਨੂੰ ਆਪਣੇ ਘਰ ਦੇ ਹਾਲਾਤਾਂ ਬਾਰੇ ਦੱਸਿਆ ਕਿ ਮੇਰਾ ਵਿਆਹ ਕਿਹੜੇ ਹਾਲਾਤਾਂ 'ਚ ਹੋ ਰਿਹਾ। ਮੇਰਾ ਵਿਆਹ ਜਲਦਬਾਜ਼ੀ 'ਚ ਹੋ ਰਿਹਾ ਤੇ ਮੈਨੂੰ ਮੇਰੇ ਹੋਣ ਵਾਲੀ ਘਰਵਾਲੀ ਦੀ ਕੋਈ ਵੀ ਚੀਜ਼ ਪਸੰਦ ਜਾਂ ਨਾ ਪਸੰਦ ਬਾਰੇ ਕੁਝ ਵੀ ਨਹੀਂ ਪਤਾ। ਮੇਰੇ ਦੋਸਤ ਨੇ ਕਿਹਾ ਕਿ ਇਹਦੇ ਵਿੱਚ ਕਿਹੜਾ ਕੋਈ ਮੁਸ਼ਕਲ ਗੱਲ ਹੈ, ਮੋਬਾਈਲ ਦਾ ਜ਼ਮਾਨਾ ਹੈ, ਉਹਨੂੰ ਤੂੰ ਫੋਨ ਕਰਕੇ ਪੁੱਛ ਲੈ, ਤੇਰੇ ਕੋਲ ਉਹਦਾ ਨੰਬਰ ਤਾਂ ਹੈਗਾ ਹੈ। ਮੈਨੂੰ ਮੇਰੇ ਦੋਸਤ ਦੀ ਇਹ ਗੱਲ ਬਹੁਤ ਵਧੀਆ ਲੱਗੀ। ਮੈਂ ਸੜਕ ਤੋਂ ਸਾਈਡ ਹੋ ਕੇ ਰਸਮੀਤ ਦਾ ਨੰਬਰ ਮਿਲਾਉਣ ਲੱਗਿਆ। ਇੱਕ ਮੈਨੂੰ ਡਰ ਜਿਹਾ ਵੀ ਲੱਗੇ, ਪਤਾ ਨਹੀਂ ਫੋਨ ਕੌਣ ਚੁੱਕੇਗਾ, ਰਸਮੀਤ ਜਾਂ ਉਹਦੀ ਛੋਟੀ ਭੈਣ ਪ੍ਰੀਤ। ਮੇਰੇ ਫੋਨ ਮਿਲਾਉਂਦਿਆਂ ਹੀ ਮੈਨੂੰ ਕੁਝ ਦੂਰ ਫੋਨ ਦੀ ਘੰਟੀ ਸੁਣੀ। ਮੈਂ ਪਿੱਛੇ ਮੁੜ ਕੇ ਦੇਖਿਆ, ਕੁਝ ਦੂਰ 2 ਕੁੜੀਆਂ ਬਿਊਟੀ ਪਾਰਲਰ ਦੇ ਸਾਹਮਣੇ ਖੜੀਆਂ ਗੱਲਾਂ ਕਰ ਰਹੀਆਂ ਸਨ। ਜਿਉਂ ਹੀ ਉਹਨਾਂ ਦੇ ਫੋਨ ਦੀ ਬੈਲ ਵੱਜੀ, ਇੱਕ ਕੁੜੀ ਨੇ ਫੋਨ ਚੁੱਕ ਕੇ ਹੈਲੋ ਕਿਹਾ। ਮੈਂ ਚੌਂਕ ਗਿਆ
ਕਿਉਂਕਿ ਉਹਦੀ ਹੈਲੋ ਕਹਿਣ ਦੀ ਆਵਾਜ਼ ਬਿਨਾਂ ਫੋਨ ਤੋਂ ਮੇਰੇ ਤੱਕ ਸੁਣਾਈ ਦੇ ਰਹੀ ਸੀ। ਉਹਨਾਂ ਨੂੰ ਦੇਖ ਕੇ ਮੈਂ ਥੋੜਾ ਦੂਰ ਜਾ ਕੇ ਗੱਲ ਕਰਨ ਦੀ ਕੋਸ਼ਿਸ਼ ਕਰਨ ਲੱਗਿਆ। ਮੈਂ ਬੜੀ ਗੌਰ ਨਾਲ ਉਹ ਕੁੜੀਆਂ ਨੂੰ ਦੇਖ ਰਿਹਾ ਸੀ। ਉਹ ਕੁੜੀਆਂ ਨੇ ਮੇਰੇ ਵੱਲ ਨਹੀਂ ਦੇਖਿਆ ਸੀ। ਜਿਹੜੀ ਕੁੜੀ ਨੇ ਫੋਨ ਰਿਸੀਵ ਕੀਤਾ ਸੀ ਉਹ ਬਹੁਤ ਹੀ ਸੋਹਣੀ ਸੀ। ਪਹਿਲੀ ਵਾਰ ਦੇਖਦਿਆਂ ਹੀ ਮੇਰਾ ਮਨ ਉਸ ਤੇ ਦਿਆਲ ਹੋ ਗਿਆ। ਮੈਂ ਪ੍ਰਮਾਤਮਾ ਅੱਗੇ ਅਰਦਾਸਾਂ ਕਰਨ ਲੱਗਿਆ ਕਿ ਹੇ ਰੱਬਾ, ਇਹ ਕੁੜੀ ਹੀ ਰਸਮੀਤ ਹੋਵੇ। ਉਹ ਕੁੜੀ ਨੇ ਮੈਨੂੰ ਫੋਨ ਤੇ ਪੁੱਛਿਆ, ਜੀ ਤੁਸੀਂ ਕੌਣ ਬੋਲ ਰਹੇ ਹੋ? ਮੈਂ ਕਿਹਾ, ਜੀ ਮੈਂ ਮਨਿੰਦਰ ਬੋਲ ਰਿਹਾ। ਮੇਰਾ ਨਾਮ ਸੁਣਦੇ ਸਾਰ ਹੀ ਉਹ ਕੁੜੀ ਕੁਝ ਸੈਕਿੰਡ ਲਈ ਚੁੱਪ ਹੋ ਗਈ। ਫਿਰ ਉਹ ਬੋਲੀ, ਮੈਂ ਤਾਂ ਜੀ ਪ੍ਰੀਤ ਬੋਲ ਰਹੀ ਹਾਂ। ਪ੍ਰੀਤ ਨਾਮ ਸੁਣਦਿਆਂ ਹੀ ਮੇਰਾ ਦਿਲ ਟੁੱਟ ਕੇ ਚਕਨਾਚੂਰ ਹੋ ਗਿਆ। ਉਹਨੇ ਆਪਣੇ ਨਾਲ ਦੀ ਕੁੜੀ ਨੂੰ ਕੋਈ ਇਸ਼ਾਰਾ ਜਿਹਾ ਕਰਕੇ ਗੱਲ ਕਹੀ। ਸ਼ਾਇਦ ਉਹ ਰਸਮੀਤ ਹੀ ਸੀ। ਮੈਂ ਬੜੀ ਗੌਰ ਨਾਲ ਰਸਮੀਤ ਵੱਲ ਵੇਖਿਆ ਤਾਂ ਮੈਨੂੰ ਮੇਰੀ ਲਾਈਫ ਡੁੱਬਦੀ ਨਜ਼ਰ ਆਈ, ਕਿਉਂਕਿ ਪ੍ਰੀਤ ਦੇ ਸਾਹਮਣੇ ਤਾਂ ਉਹ ਕੁੜੀ ਖੜੀ ਵੀ ਵਧੀਆ ਨਹੀਂ ਲੱਗ ਰਹੀ ਸੀ। ਉਹ ਦੋਵਾਂ ਨੇ ਇਸ਼ਾਰੇ ਨਾਲ ਕੀ ਗੱਲ ਕੀਤੀ ਇਹ ਮੈਨੂੰ ਨਹੀਂ ਪਤਾ। ਫਿਰ ਮੈਨੂੰ ਪ੍ਰੀਤ ਨੇ ਕਿਹਾ ਕਿ ਰਸਮੀਤ ਤੁਹਾਡੇ ਨਾਲ ਬਾਅਦ 'ਚ ਗੱਲ ਕਰੂਗੀ, ਹੁਣ ਅਸੀਂ ਕਿਤੇ ਆਏ ਹੋਏ ਹਾਂ। ਜੇਕਰ ਕੋਈ ਜ਼ਰੂਰੀ ਗੱਲ ਹੈ ਜੀ ਤਾਂ ਮੈਨੂੰ ਦੱਸ ਦੇਵੋ। ਪਰ ਰਸਮੀਤ ਨੂੰ ਦੇਖ ਕੇ ਤਾਂ ਮੇਰਾ ਦਿਲ ਹੀ ਟੁੱਟ ਗਿਆ। ਮੈਂ ਬਿਨਾਂ ਕੁਝ ਕਹੇ ਫੋਨ ਕੱਟਤਾ ਤੇ ਖਾਮੋਸ਼ ਹੋ ਕੇ ਉੱਥੋਂ ਤੁਰ ਪਿਆ। ਥੋੜੀ ਦੇਰ ਬਾਅਦ ਮੈਨੂੰ ਉਸੇ ਨੰਬਰ ਤੋਂ ਦੁਬਾਰਾ ਫੋਨ ਆਇਆ, ਪਰ ਮੈਂ ਬਿਨਾਂ ਗੱਲ ਜਾਣੇ ਹੀ ਆਪਣੇ ਫੋਨ ਦੀ ਸੁਇਚ ਆਫ ਕਰ ਦਿੱਤੀ। ਮੈਂ ਮੂੰਹ ਦਿਖਾਈ ਲਈ ਕੋਈ ਵੀ ਗਿਫਟ ਨਹੀਂ ਖਰੀਦਿਆ। ਮੈਨੂੰ ਸਮਝ ਨਾ ਆਵੇ ਕਿ ਮੇਰੀ ਮੰਮੀ ਨੇ ਆਖਰ ਰਸਮੀਤ ਨੂੰ ਕੀ ਸੋਚ ਕੇ ਮੇਰੇ ਵਿਆਹ ਲਈ ਪਸੰਦ ਕੀਤਾ, ਜਦ ਕਿ ਜਿਹੜੀਆਂ ਖੂਬੀਆਂ ਮੇਰੀ ਮਾਂ ਨੇ ਮੈਨੂੰ ਦੱਸੀਆਂ ਸਨ ਉਹ ਤਾਂ ਮੈਨੂੰ ਪ੍ਰੀਤ ਵਿੱਚ ਨਜ਼ਰ ਆ ਰਹੀਆਂ ਸਨ। ਮੈਂ ਘਰ ਜਾ ਕੇ ਖਾਮੋਸ਼ੀ ਨਾਲ ਬੈਠ ਗਿਆ। ਨਾ ਕਿਸੇ ਨਾਲ ਗੱਲਬਾਤ ਕਰਨ ਨੂੰ ਦਿਲ ਕਰੇ ਮੇਰਾ ਤੇ ਨਾ ਕੋਈ ਕੰਮ। ਵਿਆਹ 'ਚ ਸਿਰਫ 2 ਦਿਨ ਹੀ ਬਾਕੀ ਰਹਿੰਦੇ ਸਨ। ਮੇਰੀ ਮੰਮੀ ਨੇ ਮੇਰਾ ਨਿਰਾਸ਼ ਮੂੰਹ ਦੇਖ ਕੇ ਪੁੱਛਿਆ, ਬੇਟਾ ਕੀ ਗੱਲ ਹੋ ਗਈ? ਅੱਜ ਮੇਰਾ ਪੁੱਤ ਐਵੇਂ ਕਿਉਂ ਬੈਠਾ? ਮੈਂ ਮਾਂ ਦੀ ਗੋਦ 'ਚ ਆਪਣਾ ਸਿਰ ਰੱਖ ਕੇ ਫੁੱਟ ਰੋ ਪਿਆ। ਮੇਰੀ ਮਾਂ ਕਹਿੰਦੀ, ਪੁੱਤ ਗੱਲ ਤਾਂ ਦੱਸ, ਕੀ ਹੋਈ ਐ, ਕਿਉਂ ਰੋ ਰਿਹਾ? ਮੈਂ ਰੋਂਦੇ ਹੋਏ ਨੇ ਮੰਮੀ ਨੂੰ ਸਾਰਾ ਕੁਝ ਸੱਚ ਦੱਸ ਦਿੱਤਾ। ਮੰਮੀ, ਮੈਨੂੰ ਰਸਮੀਤ ਨਹੀਂ ਬਲਕਿ ਪ੍ਰੀਤ ਪਸੰਦ ਹੈ। ਮੰਮੀ ਕਹਿੰਦੀ, ਪਰ ਬੇਟਾ ਕਿਉਂ? ਮੈਂ ਮੰਮੀ ਨੂੰ ਕਿਹਾ, ਮੈਂ ਜ਼ਿਆਦਾ ਸਵਾਲ ਜਵਾਬ ਨਹੀਂ ਕਰਨਾ ਚਾਹੁੰਦਾ। ਜੇਕਰ ਮੈਂ ਰਸਮੀਤ ਨਾਲ ਵਿਆਹ ਨਹੀਂ ਕਰਵਾ ਰਿਹਾ ਤਾਂ ਇਹਦੇ ਵਿੱਚ ਵੀ ਕੋਈ ਭੇਦ ਹੈ, ਕਿਉਂਕਿ ਮੈਨੂੰ ਰਸਮੀਤ ਪਸੰਦ ਨਹੀਂ। ਮੈਂ ਉਹਦੇ ਨਾਲ ਵਿਆਹ ਕਰਵਾ ਕੇ ਉਹਦੀ ਜ਼ਿੰਦਗੀ ਬਰਬਾਦ ਨਹੀਂ ਕਰਨਾ ਚਾਹੁੰਦਾ। ਮੈਂ ਰਸਮੀਤ ਨਾਲ ਵਿਆਹ ਕਰਵਾ ਕੇ ਕਰੂੰਗਾ ਕੀ? ਮੰਮੀ, ਤੁਸੀਂ ਰਸਮੀਤ ਦੇ ਘਰਦਿਆਂ ਨੂੰ ਫੋਨ ਕਰਕੇ ਕਹੋ ਕਿ ਜੇ ਸਾਡਾ ਮੁੰਡਾ ਵਿਆਹ ਕਰਵਾਏਗਾ ਤਾਂ ਪ੍ਰੀਤ ਨਾਲ ਕਰਵਾਏਗਾ, ਨਹੀਂ ਤਾਂ ਨਹੀਂ ਕਰਵਾਏਗਾ। ਜੇ ਉਹ ਮੈਨੂੰ ਪ੍ਰੀਤ ਲਈ ਵੇਟ ਕਰਨ ਲਈ ਕਹਿਣਗੇ ਤਾਂ ਮੈਂ ਵੇਟ ਕਰਾਂਗਾ। ਮੇਰੀਆਂ ਇਹ ਸਭ ਗੱਲਾਂ ਸੁਣ ਕੇ ਮੰਮੀ ਥੋੜਾ ਪਰੇਸ਼ਾਨ ਤਾਂ ਹੋਈ, ਪਰ ਫਿਰ ਹਿੰਮਤ ਕਰਕੇ ਰਸਮੀਤ ਦੇ ਪਾਪਾ ਨਾਲ ਫੋਨ ਤੇ ਗੱਲ ਕਰਨ ਲੱਗੀ ਕਿ ਮੇਰੇ ਬੇਟੇ ਨੂੰ ਤੁਹਾਡੀ ਛੋਟੀ ਕੁੜੀ ਪ੍ਰੀਤ ਪਸੰਦ ਹੈ। ਜੇਕਰ ਤੁਸੀਂ ਪ੍ਰੀਤ ਦਾ ਰਿਸ਼ਤਾ ਦੇਣ ਲਈ ਤਿਆਰ ਹੋ ਤਾਂ ਠੀਕ ਹੈ, ਨਹੀਂ ਤਾਂ ਮੇਰਾ ਬੇਟਾ ਇਸ ਰਿਸ਼ਤੇ ਲਈ ਤਿਆਰ ਨਹੀਂ ਹੈ। ਮੰਮੀ ਦੀ ਇੰਨੀ ਗੱਲ ਸੁਣ ਕੇ ਰਸਮੀਤ ਦੇ ਪਾਪਾ ਵੀ ਹੈਰਾਨ ਹੋ ਗਏ, ਕਿਉਂਕਿ ਉਹਨਾਂ ਨੇ ਵੀ ਵਿਆਹ ਦੀਆਂ ਤਿਆਰੀਆਂ ਕਰ ਰੱਖੀਆਂ ਸਨ। ਰਸਮੀਤ ਦੇ ਪਾਪਾ ਨੇ ਮੇਰੀ ਮੰਮੀ ਤੋਂ ਕੁਝ ਸਮਾਂ ਮੰਗਿਆ ਤੇ ਸ਼ਾਮ ਨੂੰ ਫੋਨ ਆਇਆ ਕਿ ਠੀਕ ਹੈ ਜੀ, ਅਸੀਂ ਸਾਡੀ ਛੋਟੀ ਕੁੜੀ ਪ੍ਰੀਤ ਦਾ ਵਿਆਹ ਤੁਹਾਡੇ ਮੁੰਡੇ ਮਨਿੰਦਰ ਨਾਲ ਕਰ ਦਿੰਦੇ ਹਾਂ। ਮੇਰਾ ਪ੍ਰੀਤ ਨਾਲ ਵਿਆਹ ਹੋਵੇਗਾ। ਇਹ ਗੱਲ ਸੁਣ ਕੇ ਤਾਂ ਮੈਂ ਬਹੁਤ ਹੀ ਖੁਸ਼ ਹੋਇਆ ਤੇ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ, ਕਿਉਂਕਿ ਜਿਹੜੀ ਕੁੜੀ ਮੇਰੇ ਨਾਲ ਫੋਨ ਤੇ ਗੱਲ ਕਰ ਰਹੀ ਸੀ ਉਹ ਪ੍ਰੀਤ ਸੀ ਤੇ ਉਹੀ ਮੇਰੀ ਲਾਈਫ ਦੀ ਪਾਰਟਨਰ ਬਣਨ ਲਈ ਲਾਇਕ ਸੀ। 2 ਦਿਨ ਬਾਅਦ ਜਦੋਂ ਅਸੀਂ ਬਾਰਾਤ ਲੈ ਕੇ ਗਏ ਤਾਂ ਉਹਨਾਂ ਨੇ ਸਾਡਾ ਵਧੀਆ ਤਰੀਕੇ ਨਾਲ ਵੈਲਕਮ ਕੀਤਾ। ਮੈਂ ਬਹੁਤ ਖੁਸ਼ ਹੋਇਆ, ਕਿਉਂਕਿ ਲਾਈਫ ਪਾਰਟਨਰ ਨੂੰ ਲੈ ਕੇ ਜਿਹੋ ਜਿਹੇ ਮੇਰੇ ਮਨ ਵਿੱਚ ਸੂਰਤ ਸੀ, ਪ੍ਰੀਤ ਬਿਲਕੁਲ ਉਹੋ ਜਿਹੀ ਸੀ। ਜੈਮਾਲਾ ਪਾਉਣ ਲਈ ਮੈਨੂੰ ਸਟੇਜ ਤੇ ਲਿਆਂਦਾ ਗਿਆ। ਮੈਂ ਪ੍ਰੀਤ ਦੇ ਖੂਬਸੂਰਤ ਮੂੰਹ ਨੂੰ ਦੇਖਣ ਲਈ ਉਤਾਵਲਾ ਸਾਂ। ਥੋੜੇ ਸਮੇਂ ਬਾਅਦ ਹੀ ਪ੍ਰੀਤ ਦੁਲਹਨ ਦੇ ਰੂਪ ਵਿੱਚ ਜਦੋਂ ਮੇਰੇ ਸਾਹਮਣੇ ਆਈ ਤਾਂ ਪ੍ਰੀਤ ਨੂੰ ਦੁਲਹਨ ਦੇ ਰੂਪ ਵਿੱਚ ਦੇਖ ਕੇ ਤਾਂ ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਫੇਰ ਇੱਕ ਵਾਰ ਮੇਰਾ ਦਿਲ ਟੁੱਟ ਕੇ ਚੂਰੋ ਚੂਰ ਹੋ ਗਿਆ, ਕਿਉਂਕਿ ਇਹ ਤਾਂ ਉਹ ਕੁੜੀ ਨਹੀਂ ਸੀ ਜਿਹਦੇ ਨਾਲ ਮੈਂ ਫੋਨ ਤੇ ਗੱਲਾਂ ਕਰ ਰਿਹਾ ਸੀ।
ਬਲਕਿ ਇਹ ਤਾਂ ਉਹਦੇ ਸਾਹਮਣੇ ਵਾਲੀ ਕੁੜੀ ਸੀ। ਮੈਂ ਉੱਥੇ ਕੁਝ ਵੀ ਨਾ ਕਰ ਸਕਿਆ। ਬਸ ਮੈਨੂੰ ਅੰਦਰੋਂ ਅੰਦਰ ਘੁੱਟਣ ਮਹਿਸੂਸ ਹੋਣ ਲੱਗੀ। ਮੈਂ ਜਿਹੜੀ ਕੁੜੀ ਨੂੰ ਪਸੰਦ ਕੀਤਾ ਸੀ, ਇਹ ਤਾਂ ਉਹ ਨਹੀਂ ਸੀ, ਬਲਕਿ ਜੋ ਕੁੜੀ ਮੇਰੇ ਨਾਲ ਫੋਨ ਤੇ ਗੱਲ ਕਰ ਰਹੀ ਸੀ ਉਹੀ ਤਾਂ ਪ੍ਰੀਤ ਦੇ ਸਾਹਮਣੇ ਖੜੀ ਸੀ। ਸ਼ਾਇਦ ਉਹ ਰਸਮੀਤ ਸੀ, ਜਿਸ ਨੂੰ ਮੰਮੀ ਨੇ ਮੇਰੇ ਲਈ ਪਸੰਦ ਕੀਤਾ ਸੀ। ਮੈਂ ਮੇਰੀ ਮੰਮੀ ਦੀ ਚੁਆਇਸ ਤੇ ਸਵਾਲ ਚੁੱਕਿਆ, ਪਰ ਮੇਰੀ ਮੰਮੀ ਬਿਲਕੁਲ ਸਹੀ ਸੀ। ਮੈਂ ਨਾ ਚਾਹੁੰਦੇ ਹੋਏ ਵੀ ਵਿਆਹ ਕਰਵਾਉਣ ਲਈ ਮਜਬੂਰ ਹੋ ਗਿਆ। ਮੇਰਾ ਮਨ ਕਰੇ ਕਿ ਇਸ ਵਿਆਹ ਲਈ ਮੈਂ ਮਨਾ ਕਰ ਦੇਵਾਂ। ਇੰਨੇ ਨੂੰ ਸਟੇਜ ਤੇ ਪ੍ਰੀਤ ਨੇ ਆ ਕੇ ਮੇਰੇ ਗਲੇ ਵਿੱਚ ਜੈਮਾਲਾ ਪਾ ਦਿੱਤੀ। ਮੈਂ ਇਹ ਸਭ ਦੇਖ ਕੇ ਗੁੰਮਸੁੰਮ ਹੋ ਗਿਆ ਤੇ ਸਾਡੇ ਰਿਸ਼ਤੇਦਾਰਾਂ ਨੇ ਮੈਨੂੰ ਮਖੌਲ ਕਰਨੇ ਸ਼ੁਰੂ ਕਰ ਦਿੱਤੇ ਕਿ ਹੁਣ ਤੂੰ ਕੁੜੀ ਵੱਲ ਦੇਖੀ ਹੀ ਜਾਵੇਂਗਾ ਕਿ ਜੈਮਾਲਾ ਵੀ ਪਾਏਂਗਾ। ਰਿਸ਼ਤੇਦਾਰਾਂ ਦੇ ਜ਼ਿਆਦਾ ਕਹਿਣ ਤੇ ਮੈਂ ਮਜਬੂਰ ਬਸ ਹੋ ਕੇ ਪ੍ਰੀਤ ਦੇ ਗਲ ਵਿੱਚ ਜੈਮਾਲਾ ਪਾ ਦਿੱਤੀ। ਉਸ ਤੋਂ ਬਾਅਦ ਮੇਰਾ ਵਿਆਹ ਪ੍ਰੀਤ ਨਾਲ ਹੀ ਹੋ ਗਿਆ। ਅਗਲੇ ਦਿਨ ਮੈਂ ਬਹੁਤ ਪਰੇਸ਼ਾਨ ਸੀ ਕਿ ਵਿਆਹ ਦਾ ਬਹੁਤ ਜਲਦੀ ਵਿੱਚ ਆ ਕੇ ਫੈਸਲਾ ਲਿੱਤਾ ਗਿਆ। ਮੈਂ ਇੱਕ ਵਾਰ ਵੀ ਪਤਾ ਨਹੀਂ ਲਗਾਇਆ ਤੇ ਨਾ ਸੋਚਿਆ ਕਿ ਪ੍ਰੀਤ ਕਿਹੜੀ ਹੈ ਤੇ ਰਸਮੀਤ ਕਿਹੜੀ ਹੈ। ਮੈਂ ਇਹਨਾਂ ਸੋਚਾਂ ਵਿੱਚ ਹੀ ਡੁੱਬਿਆ ਬੈਠਾ ਸੀ ਕਿ ਮੇਰੇ ਦਿਮਾਗ ਵਿੱਚ ਇੱਕ ਆਈਡੀਆ ਆ ਗਿਆ। ਜਦੋਂ ਮੈਂ ਪ੍ਰੀਤ ਦੇ ਸੁਹਾਗ ਰਾਤ ਵਾਲੇ ਕਮਰੇ 'ਚ ਜਾ ਕੇ ਬੈਠ ਗਿਆ ਤਾਂ ਮੇਰੀ ਵੱਡੀ ਭੈਣ ਸਾਡੇ ਲਈ 2 ਗਲਾਸ ਦੁੱਧ ਦੇ ਲੈ ਕੇ ਆਈ। ਉਸ ਵਕਤ ਪ੍ਰੀਤ ਬਾਥਰੂਮ ਵਿੱਚ ਸੀ। ਮੈਂ ਭੈਣ ਕੋਲੋਂ ਦੁੱਧ ਦੀ ਟਰੇ ਫੜ ਕੇ ਰੱਖ ਲਈ। ਦੁੱਧ ਫੜਾ ਕੇ ਭੈਣ ਤਾਂ ਕਮਰੇ ਤੋਂ ਬਾਹਰ ਆ ਗਈ। ਮੈਂ ਮੌਕਾ ਦੇਖਦਿਆਂ ਹੀ ਦੁੱਧ ਵਿੱਚ ਬੇਹੋਸ਼ੀ ਦੀ ਦਵਾਈ ਮਿਲਾ ਦਿੱਤੀ। ਥੋੜੇ ਸਮੇਂ ਬਾਅਦ ਹੀ ਪ੍ਰੀਤ ਕੱਪੜੇ ਬਦਲ ਕੇ ਆ ਗਈ। ਉਹ ਬੜੀ ਖੁਸ਼ ਸੀ, ਪਰ ਮੈਨੂੰ ਉਹਦੇ ਨਾਲ ਪੂਰੀ ਜ਼ਿੰਦਗੀ ਲੰਘਾਉਣੀ ਮੁਸ਼ਕਲ ਲੱਗ ਰਹੀ ਸੀ। ਇਸ ਲਈ ਮੈਨੂੰ ਮਜਬੂਰੀ ਵਿੱਚ ਆ ਕੇ ਇਹ ਸਭ ਕੁਝ ਕਰਨਾ ਪਿਆ। ਪ੍ਰੀਤ ਦੁੱਧ ਪੀਂਦਿਆਂ ਸਾਰ ਹੀ ਬੇਹੋਸ਼ ਹੋ ਗਈ। ਮੈਂ ਕਮਰੇ ਦੇ ਨਾਲ ਇੱਕ ਛੋਟਾ ਜਿਹਾ ਗੇਟ ਸੀ, ਸਟੋਰ ਰੂਮ ਵੱਲ ਜਾ ਰਿਹਾ ਸੀ। ਮੈਂ ਸਾਡੇ ਕੰਮ ਵਾਲੀ ਨੂੰ ਬਹੁਤ ਸਾਰੇ ਪੈਸੇ ਦੇ ਕੇ ਪ੍ਰੀਤ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਉੱਥੇ ਸਟੋਰ ਰੂਮ ਵਿੱਚ ਛੱਡਣ ਲਈ ਕਿਹਾ ਤੇ ਕੰਮ ਵਾਲੀ ਨੂੰ ਕਿਸੇ ਨੂੰ ਨਾ ਦੱਸਣ ਲਈ ਵੀ ਕਿਹਾ। ਉਸ ਨੂੰ ਕਿਹਾ ਕਿ ਮੇਰੇ ਕਹਿਣ ਮੁਤਾਬਕ ਹੀ ਪ੍ਰੀਤ ਨੂੰ ਹੋਸ਼ ਆਉਂਦਿਆਂ ਹੀ ਕੁਝ ਖਾਣ ਪੀਣ ਲਈ ਦਿੱਤਾ ਜਾਵੇ। ਮੈਂ ਉਸ ਨੂੰ ਇਹ ਸਭ ਕੁਝ ਪਹਿਲਾਂ ਹੀ ਸਮਝਾਇਆ ਹੋਇਆ ਸੀ, ਕਿਉਂਕਿ ਮੈਂ ਉਸ ਵਿਚਾਰੀ ਨੂੰ ਮਾਰਨਾ ਨਹੀਂ ਚਾਹੁੰਦਾ ਸੀ ਤੇ ਇਹ ਸਭ ਕੁਝ ਮੈਨੂੰ ਮਜਬੂਰੀ ਵਿੱਚ ਆ ਕੇ ਕਰਨਾ ਪਿਆ। ਮੈਂ ਆਪਣਾ ਦੁੱਧ ਨਹੀਂ ਪੀਤਾ ਤਾਂ ਕਿ ਸਾਡੇ ਰਿਸ਼ਤੇਦਾਰਾਂ ਨੂੰ ਤੇ ਲੋਕਾਂ ਨੂੰ ਇਹ ਲੱਗੇ ਕਿ ਮੈਂ ਆਪਣਾ ਦੁੱਧ ਪੀ ਲਿਆ ਤੇ ਜੋ ਗਲਾਸ ਭਰਿਆ ਦੁੱਧ ਦਾ ਪਿਆ ਸੀ ਉਹ ਲੱਗੇ ਕਿ ਪ੍ਰੀਤ ਦਾ ਹੈ। ਸਾਡੀ ਕੰਮ ਵਾਲੀ ਦੇ ਜਾਣ ਤੋਂ ਬਾਅਦ ਮੈਂ ਰੌਲਾ ਪਾ ਦਿੱਤਾ। ਰੌਲਾ ਸੁਣ ਕੇ ਮੇਰੀ ਮੰਮੀ ਤੇ ਭੈਣ ਦੋਵੇਂ ਆ ਗਈਆਂ। ਪੁੱਛਿਆ ਕਿ ਕੀ ਹੋ ਗਿਆ। ਮੈਂ ਕਿਹਾ, ਮਾਂ, ਜਦੋਂ ਮੈਂ ਇਸ ਕਮਰੇ ਵਿੱਚ ਆਇਆ ਤਾਂ ਕਮਰੇ 'ਚ ਕੋਈ ਨਹੀਂ ਸੀ। ਮੈਨੂੰ ਲੱਗਿਆ ਕਿ ਪ੍ਰੀਤ ਬਾਥਰੂਮ ਵਿੱਚ ਹੋਣੀ ਹੈ, ਇਸ ਕਰਕੇ ਮੈਂ ਉਹਦੀ ਉਡੀਕ ਕਰਦੇ ਨੇ ਮੈਂ ਇੱਕ ਗਲਾਸ ਦੁੱਧ ਦਾ ਪੀ ਲਿਆ। ਕਾਫੀ ਟਾਈਮ ਉਡੀਕ ਕਰਨ ਤੋਂ ਬਾਅਦ ਮੈਂ ਬਾਥਰੂਮ 'ਚ ਜਾ ਕੇ ਦੇਖਿਆ ਉੱਥੇ ਕੋਈ ਵੀ ਨਹੀਂ ਸੀ ਤਾਂ ਮੈਂ ਤੁਹਾਨੂੰ ਬੁਲਾਇਆ। ਮਾਂ, ਮੈਨੂੰ ਲੱਗਦਾ ਕਿ ਪ੍ਰੀਤ ਮੇਰੇ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ। ਉਹਨੇ ਆਪਣੇ ਮਾਪਿਆਂ ਦੇ ਦਬਾਅ ਵਿੱਚ ਆ ਕੇ ਮਜਬੂਰੀ ਵਸ ਹੋ ਕੇ ਵਿਆਹ ਕਰਵਾਇਆ। ਮੈਨੂੰ ਲੱਗਦਾ ਉਹ ਆਪਣੀ ਨਵੀਂ ਜ਼ਿੰਦਗੀ ਆਪਣੇ ਕਿਸੇ ਆਸ਼ਕ ਨਾਲ ਗੁਜ਼ਾਰਨਾ ਚਾਹੁੰਦੀ ਹੈ, ਤਾਂ ਹੀ ਇੱਥੋਂ ਅੱਖ ਬਚਾ ਕੇ ਨਿਕਲ ਗਈ। ਸਟੋਰ ਨੂੰ ਛੱਡ ਕੇ ਪ੍ਰੀਤ ਨੂੰ ਹਰ ਜਗ੍ਹਾ ਲੱਭਿਆ ਗਿਆ, ਪਰ ਪ੍ਰੀਤ ਨਾ ਮਿਲੀ। ਜਿਵੇਂ ਕਿਵੇਂ ਕਰਕੇ ਰਾਤ ਤਾਂ ਨਿਕਲ ਗਈ ਤੇ ਸਵੇਰ ਹੁੰਦਿਆਂ ਹੀ ਮੇਰੀ ਮਾਂ ਨੇ ਨਾ ਚਾਹੁੰਦੇ ਹੋਏ ਵੀ ਪ੍ਰੀਤ ਦੇ ਮਾਪਿਆਂ ਨੂੰ ਫੋਨ ਕਰ ਦਿੱਤਾ ਤੇ ਇਹ ਗੱਲ ਦੱਸੀ, ਪਰ ਪ੍ਰੀਤ ਦੇ ਘਰ ਦੇ ਇਹ ਗੱਲ ਮੰਨਣ ਲਈ ਤਿਆਰ ਨਹੀਂ ਸਨ ਕਿ ਉਹਨਾਂ ਦੀ ਕੁੜੀ ਐਵੇਂ ਕਿਵੇਂ ਕਰ ਸਕਦੀ ਹੈ। ਮੇਰੀ ਮਾਂ ਨੇ ਕਿਹਾ ਕਿ ਕੋਈ ਨਹੀਂ ਜੀ, ਜੋ ਹੋਣਾ ਸੀ ਉਹ ਤਾਂ ਹੋ ਗਿਆ। ਜ਼ਰੂਰੀ ਨਹੀਂ ਹੁੰਦਾ ਕਿ ਮਾਪੇ ਆਪਣੀ ਧੀ ਦੀ ਹਰ ਗੱਲ ਸਮਝ ਸਕਦੇ ਹੋਣ। ਹੋ ਸਕਦਾ ਉਹ ਕਿਸੇ ਮੁੰਡੇ ਨੂੰ ਪਸੰਦ ਕਰਦੀ ਹੋਵੇ ਤੇ ਉਹਦਾ ਜਲਦਬਾਜ਼ੀ 'ਚ ਮੇਰੇ ਮੁੰਡੇ ਨਾਲ ਵਿਆਹ ਹੋ ਗਿਆ।
ਗਿਆ ਤੇ ਉਹ ਤੁਹਾਨੂੰ ਕੁਝ ਦੱਸ ਨਾ ਸਕੀ ਹੋਵੇ ਤੇ ਸਾਡੇ ਘਰ ਆਉਣ ਤੋਂ ਪਹਿਲਾਂ ਹੀ ਉਹਨੇ ਕਿਸੇ ਮੁੰਡੇ ਨਾਲ ਪਲਾਨ ਬਣਾਇਆ ਹੋਵੇ ਕਿ ਇਸ ਤਰ੍ਹਾਂ ਕਰਾਂਗੇ। ਮਜਬੂਰੀ ਵਿੱਚ ਆ ਕੇ ਪ੍ਰੀਤ ਦੇ ਪਾਪਾ ਨੂੰ ਸਾਡੀਆਂ ਗੱਲਾਂ ਤੇ ਯਕੀਨ ਕਰਨਾ ਪਿਆ। ਮੇਰੇ ਵਿਆਹ ਤੋਂ 2 ਦਿਨ ਬਾਅਦ ਹੀ ਸਾਡਾ ਰਿਸੈਪਸ਼ਨ ਸੀ, ਇਸ ਲਈ ਮੈਂ ਮੰਮੀ ਨੂੰ ਕਿਹਾ, ਮਾਂ ਮੈਂ ਮੇਰੇ ਦੋਸਤ ਤੇ ਮਿੱਤਰਾਂ ਨੂੰ ਕੀ ਮੂੰਹ ਦਿਖਾਊਂਗਾ ਕਿ ਮੇਰੀ ਘਰਵਾਲੀ ਮੈਨੂੰ ਪਹਿਲੀ ਰਾਤ ਨੂੰ ਹੀ ਛੱਡ ਕੇ ਚਲੀ ਗਈ। ਆਪਣੇ ਰਿਸ਼ਤੇਦਾਰ ਤੇ ਮੇਰੇ ਦੋਸਤ ਸਾਡਾ ਮਜ਼ਾਕ ਉਡਾਉਣਗੇ, ਇਸ ਲਈ ਪ੍ਰੀਤ ਦੇ ਪਾਪਾ ਨੂੰ ਤੁਸੀਂ ਕਹੋ ਕਿ ਮੇਰਾ ਵਿਆਹ ਆਪਣੀ ਵੱਡੀ ਕੁੜੀ ਨਾਲ ਕਰਵਾ ਦੇਣ। ਪਹਿਲਾਂ ਵੀ ਤਾਂ ਮੇਰਾ ਵਿਆਹ ਉਹਦੇ ਨਾਲ ਹੀ ਹੋ ਰਿਹਾ ਸੀ ਤਾਂ ਕਿ ਲੋਕਾਂ ਨੂੰ ਪਤਾ ਨਾ ਲੱਗੇ, ਨਾਲੇ ਸਾਡੀ ਇਸੇ ਤਰ੍ਹਾਂ ਇੱਜ਼ਤ ਬਣੀ ਬਣਾਈ ਰਹਿ ਜਾਏਗੀ। ਮੰਮੀ ਨੂੰ ਮੇਰੀ ਗੱਲ ਸਹੀ ਲੱਗੀ, ਇਸ ਲਈ ਬਹੁਤ ਸੋਚ ਵਿਚਾਰ ਕੇ ਮੰਮੀ ਨੇ ਪ੍ਰੀਤ ਦੇ ਪਾਪਾ ਨਾਲ ਗੱਲ ਕੀਤੀ। ਸਾਡੇ ਘਰ ਪੈਸੇ ਦੀ ਕੋਈ ਕਮੀ ਨਹੀਂ ਸੀ, ਇਸ ਲਈ ਪ੍ਰੀਤ ਦੇ ਪਰਿਵਾਰ ਵਾਲੇ ਛੇਤੀ ਵਿਆਹ ਲਈ ਮੰਨ ਗਏ, ਕਿਉਂਕਿ ਪਹਿਲਾਂ ਵੀ ਤਾਂ ਮੇਰਾ ਵਿਆਹ ਰਸਮੀਤ ਨਾਲ ਹੀ ਹੋ ਰਿਹਾ ਸੀ। ਬਾਕੀ ਸਾਡੀ ਦੋਵਾਂ ਧਿਰਾਂ ਦੀ ਇੱਜ਼ਤ ਦਾ ਸਵਾਲ ਸੀ। ਚਲੋ ਬੜੇ ਹੀ ਸਾਦੇ ਢੰਗ ਨਾਲ ਮੇਰਾ ਵਿਆਹ ਰਸਮੀਤ ਨਾਲ ਹੋ ਗਿਆ। ਮੈਂ ਮਨ ਹੀ ਮਨ ਬੜਾ ਖੁਸ਼ ਹੋਇਆ, ਕਿਉਂਕਿ ਜਿਵੇਂ ਮੈਂ ਚਾਹੁੰਦਾ ਸਾਂ ਬਿਲਕੁਲ ਉਸੇ ਤਰ੍ਹਾਂ ਹੀ ਹੁੰਦਾ ਜਾ ਰਿਹਾ ਸੀ। ਮੈਂ ਸਾਰੀ ਉਮਰ ਪ੍ਰੀਤ ਦੇ ਨਾਲ ਝਗੜਾ ਜਾਂ ਸਮਝੌਤੇ ਵਾਲਾ ਜੀਵਨ ਨਹੀਂ ਜਿਉਣਾ ਚਾਹੁੰਦਾ ਸੀ। ਮੈਂ ਸੋਚਿਆ ਕਿ ਰਸਮੀਤ ਨਾਲ ਵਿਆਹ ਕਰਵਾ ਕੇ ਪ੍ਰੀਤ ਨੂੰ ਥੋੜੇ ਦਿਨਾਂ ਬਾਅਦ ਮੈਂ ਆਜ਼ਾਦ ਕਰ ਦੇਵਾਂਗਾ। ਜਦੋਂ ਪ੍ਰੀਤ ਇਹ ਸੱਚਾਈ ਸਾਰਿਆਂ ਨੂੰ ਦੱਸੇਗੀ ਤਾਂ ਮੈਂ ਕਹਾਂਗਾ ਕਿ ਹੁਣ ਇਹਦਾ ਆਸ਼ਕ ਇਹਨੂੰ ਛੱਡ ਗਿਆ ਹੋਣਾ। ਹੁਣ ਇਹ ਆਪਣੇ ਆਪ ਨੂੰ ਸੱਚੀ ਸਾਬਤ ਕਰਨ ਵਾਸਤੇ ਮੇਰੇ ਤੇ ਇਲਜ਼ਾਮ ਲਗਾ ਰਹੀ ਹੈ। ਮੈਂ ਰਸਮੀਤ ਦੇ ਨਾਲ ਵਿਆਹ ਕਰਵਾ ਕੇ ਬਹੁਤ ਖੁਸ਼ ਸਾਂ ਤੇ ਮੈਂ ਖੁਸ਼ੀ-ਖੁਸ਼ੀ ਰਸਮੀਤ ਦੇ ਕਮਰੇ ਵਿੱਚ ਗਿਆ। ਅੱਜ ਮੇਰਾ ਮਨ ਖੁਸ਼ੀ ਨਾਲ ਝੂਮ ਉੱਠਿਆ ਸੀ, ਕਿਉਂਕਿ ਮੈਂ ਜਿਹਨੂੰ ਚਾਹੁੰਦਾ ਸੀ ਉਹਨੂੰ ਬਹੁਤ ਹੀ ਮੁਸ਼ਕਲ ਨਾਲ ਪਾ ਲਿਆ ਸੀ। ਪਰ ਜਿਉਂ ਹੀ ਮੈਂ ਕਮਰੇ 'ਚ ਜਾ ਕੇ ਰਸਮੀਤ ਦਾ ਘੁੰਡ ਚੁੱਕਿਆ, ਮੇਰੇ ਹੋਸ਼ ਉੱਡ ਗਏ। ਆਪਣੀ ਘਰਵਾਲੀ ਨੂੰ ਦੇਖ ਕੇ ਤਾਂ ਮੇਰੀ ਜਾਨ ਹੀ ਨਿਕਲ ਗਈ, ਕਿਉਂਕਿ ਇਹ ਰਸਮੀਤ ਨਹੀਂ ਬਲਕਿ ਪ੍ਰੀਤ ਸੀ, ਜਿਸ ਨੂੰ ਮੈਂ ਬੇਹੋਸ਼ ਕਰਕੇ ਸਟੋਰ ਵਿੱਚ ਰੱਖਿਆ ਹੋਇਆ ਸੀ। ਅਜੇ ਮੈਂ ਇਹ ਸਭ ਸੋਚ ਹੀ ਰਿਹਾ ਸੀ, ਮੇਰੇ ਪਿੱਛੋਂ ਮੈਨੂੰ ਤਾੜੀਆਂ ਮਾਰਨ ਦੀ ਆਵਾਜ਼ ਆਈ। ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਮੇਰੇ ਪਿੱਛੇ ਰਸਮੀਤ ਖੜੀ ਸੀ। ਰਸਮੀਤ ਕਹਿੰਦੀ, ਵਾਹ ਕਿਆ ਬਾਤ ਹੈ ਮਨਿੰਦਰ, ਤੂੰ ਤਾਂ ਸਾਡੀ ਦੋਵਾਂ ਭੈਣਾਂ ਦੀ ਜ਼ਿੰਦਗੀ ਨੂੰ ਇੱਕ ਮਜ਼ਾਕ ਹੀ ਸਮਝ ਲਿਆ ਹਨਾ। ਤੂੰ ਤਾਂ ਸਾਡੀ ਦੋਵਾਂ ਭੈਣਾਂ ਦੀ ਜ਼ਿੰਦਗੀ ਨੂੰ ਬਰਬਾਦ ਕਰਕੇ ਰੱਖ ਦਿੱਤਾ। ਪਰ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਤੂੰ ਸਾਡੇ ਦੋਵੇਂ ਭੈਣਾਂ ਨਾਲ ਇਸ ਤਰ੍ਹਾਂ ਕੀਤਾ ਕਿਉਂ ਹੈ। ਮੈਨੂੰ ਰਸਮੀਤ ਦੀਆਂ ਗੱਲਾਂ ਸੁਣ ਕੇ ਰੋਣਾ ਆ ਗਿਆ। ਮੈਂ ਰਸਮੀਤ ਨੂੰ ਸਾਰਾ ਕੁਝ ਸੱਚ ਦੱਸ ਦਿੱਤਾ ਕਿ ਜਿਸ ਦਿਨ ਮੈਂ ਤੁਹਾਨੂੰ ਪਹਿਲਾਂ ਫੋਨ ਕੀਤਾ ਸੀ, ਤੁਹਾਨੂੰ ਵੇਖ ਕੇ ਮੈਨੂੰ ਬੜਾ ਚੰਗਾ ਲੱਗਾ। ਤੁਸੀਂ ਮੈਨੂੰ ਬਹੁਤ ਸੋਹਣੇ ਲੱਗੇ। ਮੈਂ ਰੱਬ ਅੱਗੇ ਅਰਦਾਸਾਂ ਕਰਨ ਲੱਗਿਆ ਕਿ ਹੇ ਰੱਬਾ, ਇਹ ਕੁੜੀ ਹੀ ਰਸਮੀਤ ਹੋਵੇ। ਪਰ ਜਦੋਂ ਤੁਸੀਂ ਮੈਨੂੰ ਕਿਹਾ ਕਿ ਮੈਂ ਪ੍ਰੀਤ ਬੋਲ ਰਹੀ ਹਾਂ, ਐਨੀ ਗੱਲ ਸੁਣ ਕੇ ਮੇਰਾ ਦਿਲ ਟੁੱਟ ਗਿਆ। ਰਸਮੀਤ ਕਹਿੰਦੀ, ਜਦੋਂ ਮੈਂ ਤੁਹਾਡੇ ਨਾਲ ਫੋਨ ਤੇ ਗੱਲ ਕਰ ਰਹੀ ਸੀ, ਮੈਨੂੰ ਕਿਹੜਾ ਪਤਾ ਸੀ ਕਿ ਤੁਸੀਂ ਮੈਨੂੰ ਦੇਖ ਰਹੇ ਹੋ। ਮੈਂ ਤਾਂ ਬਸ ਤੁਹਾਡੇ ਨਾਲ ਇੱਕ ਛੋਟਾ ਜਿਹਾ ਮਜ਼ਾਕ ਕੀਤਾ ਸੀ। ਮੈਨੂੰ ਕੀ ਪਤਾ ਸੀ ਕਿ ਇਹ ਮੇਰਾ ਛੋਟਾ ਜਿਹਾ ਮਜ਼ਾਕ ਸਾਡੀ ਦੋਵਾਂ ਭੈਣਾਂ ਦੀ ਜ਼ਿੰਦਗੀ ਨੂੰ ਇਸ ਮੋੜ ਤੇ ਲਿਆ ਕੇ ਖੜੀ ਕਰ ਦੇਵੇਗਾ। ਪਰ ਮਨਿੰਦਰ, ਤੂੰ ਨਾ ਤਾਂ ਹੁਣ ਮੇਰੀ ਭੈਣ ਦੇ ਲਾਇਕ ਰਿਹਾ ਤੇ ਨਾ ਮੇਰੇ। ਤੂੰ ਸਾਡੇ ਬਾਰੇ ਇੱਕ ਵਾਰ ਵੀ ਨਹੀਂ ਸੋਚਿਆ ਕਿ ਸਾਡਾ ਦੋਵੇਂ ਭੈਣਾਂ ਦਾ ਕੀ ਬਣੂ। ਤੂੰ ਆਪਣੀ ਖੁਸ਼ੀ ਵਾਸਤੇ ਸਾਡੀ ਦੋਵਾਂ ਭੈਣਾਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਹੁਣ ਅਸੀਂ ਇੱਥੇ ਇੱਕ ਪਲ ਵੀ ਨਹੀਂ ਰੁਕ ਸਕਦੀਆਂ। ਅਸੀਂ ਜਾ ਰਹੀਆਂ ਹਾਂ। ਰਸਮੀਤ ਤੇ ਪ੍ਰੀਤ ਮੈਨੂੰ ਛੱਡ ਕੇ ਆਪਣੇ ਪਿੰਡ ਚਲੀਆਂ ਗਈਆਂ। ਸਾਡੇ ਰਿਸ਼ਤੇਦਾਰਾਂ ਨੂੰ ਵੀ ਇਸ ਗੱਲ ਬਾਰੇ ਪਤਾ ਲੱਗ ਗਿਆ। ਰਸਮੀਤ ਸੱਚ ਹੀ ਕਹਿੰਦੀ ਸੀ। ਮੈਂ ਆਪਣੀ ਖੁਸ਼ੀ ਲਈ ਦੋਵਾਂ ਭੈਣਾਂ ਦੀ ਜ਼ਿੰਦਗੀ ਖਰਾਬ ਕਰ ਦਿੱਤੀ। ਇੱਕ ਛੋਟੀ ਜਿਹੀ ਗਲਤਫਹਿਮੀ ਦੀ ਵਜ੍ਹਾ ਨਾਲ ਅਸੀਂ ਤਿੰਨੇ ਜਣੇ ਕਿਸ ਮੋੜ ਤੇ ਆ ਕੇ ਖੜੇ ਹੋ ਗਏ, ਇਹ ਬਸ ਸਾਨੂੰ ਹੀ ਪਤਾ। ਲੋਕਾਂ ਲਈ ਤਾਂ ਇੱਕ ਮਜ਼ਾਕ ਬਣ ਕੇ ਰਹਿ ਜਾਂਦਾ ਏ। ਇਸੇ ਕਰਕੇ ਕਹਿੰਦੇ ਨੇ, ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਉਸ ਗੱਲ ਦੀ ਪੂਰੀ ਜਾਣਕਾਰੀ ਲੈ ਲੈਣੀ ਚਾਹੀਦੀ ਹੈ, ਕਿਉਂਕਿ ਜੋ ਸਾਡੇ ਤਿੰਨਾਂ ਨਾਲ ਹੋਇਆ ਉਹ ਕਿਸੇ ਹੋਰ ਨਾਲ ਨਾ ਹੋਵੇ।
ਸੋ ਵੀਡੀਓ ਦੇਖਣ ਲਈ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਕੇ ਦੱਸਿਓ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ, ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਜੀ। ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।